All dear students, myself Kiran, Assistant Professor in Maths, Shri LBS Arya Mahila College, Barnala. This is the lecture of 2 September 2020. We will start from our first topic, Advanced Calculus. In this book, you can see the syllabus. Here are 2 sections. First of all, we start with the section A. In section A, our first topic will be limit and continuity of function of several variables. देखो जी इस टॉपिक के अंदर मैं सब तो पहला ਤੁਹਾਨੂੰ कुछ ब्रीफ इंट्रोडक्शन देनियां ने कुछ स्पेसिस दियां ਜਿਹਦੇ ਵਿੱਚੋਂ फस्ट स्पेस हैगी है ਤੁਹਾਡੇ ਕੋਲੇ आर स्केयर ਨੂੰ ਆਪਾਂ 2 ਡਾਈਮੈਂਸ਼ਨਲ ਯੂਕਲਿਡੀਅਨ स्पेस भी बोलते हैं। ठीक है, ਇਹਦੇ ਵਿੱਚ ਕੀ ਹੁੰਦਾ ਹੈ ਤੁਹਾਨੂੰ 2 ਸੈਟਸ ਲੈਣੇ ਪੈਂਦੇ ਆ ਜਿਵੇਂ ਤੁਸੀਂ ਕੀਤਾ ਹੀ ਹੋਊਗਾ ਕਾਰਟੀਜ਼ੀਅਨ ਪ੍ਰੋਡਕਟ ਆਫ ਸੈਟਸ। ਉਹਦੇ ਵਿੱਚ ਕੀ ਹੁੰਦਾ ਹੈ ਤੁਸੀਂ 2 ਸੈਟ ਲੈਣੇ ਆ, ਉਹਦੇ ਵਿੱਚੋਂ 2 ਸੈਟਸ ਲੈਣੇ ਆ ਤੇ ਉਹਨੂੰ ਆਪਾਂ ਆਰਡਰਡ ਪੇਅਰ ਦੇ ਵਿੱਚ ਜਿਹੜੇ ਹੈਗੇ ਆ ਉਹਨਾਂ ਦੇ ਐਲੀਮੈਂਟਸ ਡਿਸਕ੍ਰਾਈਬ ਕਰਦੇ ਆ, ਜਿਹਦੇ ਵਿੱਚੋਂ ਤੁਹਾਨੂੰ ਪਤਾ ਹੈ ਕਿ ਜਦੋਂ ਆਪਾਂ ਕਾਰਟੀਜ਼ੀਅਨ ਪ੍ਰੋਡਕਟ ਲੈਂਦੇ ਆ ਤਾਂ ਜਿਹੜਾ ਫਸਟ ਐਲੀਮੈਂਟ ਹੁੰਦਾ ਹੈ ਉਹ ਫਸਟ ਸੈਟ ਨੂੰ ਬਿਲੋਂਗ ਕਰਦਾ, ਜੋ ਸੈਕਿੰਡ ਐਲੀਮੈਂਟ ਹੁੰਦਾ ਉਹ ਸੈਕਿੰਡ ਸੈਟ ਨੂੰ ਬਿਲੋਂਗ ਕਰਦਾ। ਇਹਦੇ ਵਿੱਚ ਆਪਾਂ ਦੋ ਸੈਟ ਦੀ ਕ੍ਰਾਸ ਪ੍ਰੋਡਕਟ ਕਰਦੇ ਆ, ਇਸ ਕਰਕੇ ਇਹਨੂੰ ਕੀ ਬੋਲਦੇ ਨੇ 2 ਡਾਈਮੈਂਸ਼ਨਲ ਯੂਕਲਿਡੀਅਨ ਸਪੇਸ। ਠੀਕ ਹੈ ਜੀ, ਜਦੋਂ ਆਪਾਂ ਆਰ ਸਕੇਅਰ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਦੋਨੋਂ ਸੈਟਸ ਦੀ ਜਗ੍ਹਾ ਤੇ ਕੌਣ ਹੁੰਦਾ ਹੈ ਆਪਣੇ ਕੋਲ ਆਰ ਹੀ ਹੁੰਦਾ, ਮਤਲਬ ਰੀਅਲ ਨੰਬਰ ਕ੍ਰਾਸ ਰੀਅਲ ਨੰਬਰ। ਤੇ ਜਿਹੜੇ ਆਪਾਂ ਐਕਸ ਤੇ ਵਾਈ ਲੈਣੇ ਆ ਇਹਦੇ ਵਿੱਚ ਤਾਂ ਦੋਨੋਂ ਹੀ ਕੌਣ ਹੋਣੇ ਚਾਹੀਦੇ ਨੇ, ਐਕਸ ਵੀ ਰੀਅਲ ਨੰਬਰ ਨੂੰ ਬਿਲੋਂਗ ਕਰਨਾ ਚਾਹੀਦਾ ਤੇ ਵਾਈ ਵੀ ਰੀਅਲ ਨੰਬਰ ਨੂੰ ਬਿਲੋਂਗ ਕਰਨਾ ਚਾਹੀਦਾ। ਠੀਕ ਹੈ ਜੀ, ਫਿਰ ਸੇਮ ਐਜ਼ ਇਟ ਇਜ਼ ਜਿਵੇਂ ਆਪਾਂ ਨੇ ਆਰ ਸਕੇਅਰ ਨੂੰ ਡਿਫਾਈਨ ਕੀਤਾ ਹੈ ਉਸੇ ਤਰੀਕੇ ਨਾਲ ਆਪਾਂ ਆਰ ਕਿਊਬ ਨੂੰ ਡਿਫਾਈਨ ਕਰਾਂਗੇ। ਆਰ ਕਿਊਬ ਮੀਨਸ 3 ਡਾਈਮੈਂਸ਼ਨਲ ਯੂਕਲਿਡੀਅਨ ਸਪੇਸ। ਇਹਦੇ ਵਿੱਚ ਆਪਾਂ ਨੇ ਆਰ ਜੋ ਸੈਟ ਹੈ ਰੀਅਲ ਨੰਬਰਸ ਆ ਉਹਨੂੰ 3 ਵਾਰੀ ਕ੍ਰਾਸ ਪ੍ਰੋਡਕਟ ਕਰਨੀ ਹੈ ਵਿਦ ਇਟਸੈਲਫ, ਮਤਲਬ ਕਿ ਇਹਦੇ ਵਿੱਚ ਜਿਹੜੇ ਹੈਗੇ ਆਪਾਂ ਟ੍ਰਿਪਲੇਟਸ ਲੈਣੇ ਆ एक्स वाई जेड। ਜਿਹੜੇ एक्स वाई जेड है ये तीनों किनू बिलोंग करने चाहिए ने रीयल नंबर्स। ओके राजी, ये तो हो गया अपने कोले बेसिक जियां डेफिनेशनस ਜਿਹਦੇ ਵਿੱਚ ਆਪਾਂ 2 ਡਾਈਮੈਂਸ਼ਨਲ ਯੂਕਲਿਡੀਅਨ ਸਪੇਸ ਤੇ 3 ਡਾਈਮੈਂਸ਼ਨਲ ਯੂਕਲਿਡੀਅਨ ਸਪੇਸ ਬਾਰੇ ਪੜ੍ਹਿਆ ਹੈ ਨਾ। ਤੇ ਉਸ ਤੋਂ ਬਾਅਦ ਮੇਨ ਜੋ ਹੈਗਾ ਆਪਣਾ ਫੰਕਸ਼ਨ ਸਿੰਗਲ ਵੇਰੀਏਬਲ ਵਾਲੇ ਵੀ ਹੁੰਦੇ ਆ, 2 ਵੇਰੀਏਬਲ ਵਾਲੇ, 3 ਵੇਰੀਏਬਲ ਵਾਲੇ, ਤਾਂ ਉਸ ਤੋਂ ਬਾਅਦ ਆਪਾਂ ਉਹਨਾਂ ਨੂੰ ਕਹਿ ਦਿੰਦੇ ਆ ਮਲਟੀ ਵੇਰੀਏਬਲ ਫੰਕਸ਼ਨਸ। ਠੀਕ ਹੈ, ਸਿੰਗਲ ਵੇਰੀਏਬਲ ਤੁਹਾਨੂੰ ਪਤਾ ਹੈ ਜਿਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਾਂ ਕਿ ਆਪਣੇ ਕੋਲ 1-2 ਵੇਰੀਏਬਲਸ ਹੁੰਦੇ ਆ ਬੇਸਿਕਲੀ। ਦੇਖੋ ਜਿਵੇਂ ਸਪੋਜ਼ ਤੁਹਾਨੂੰ ਯਾਦ ਹੋਵੇ ਆਪਾਂ ਲਿਖਦੇ ਹੁੰਦੇ ਸੀਗੇ y = f of x। ਠੀਕ ਹੈ, ਇਹਦੇ ਵਿੱਚ ਜਿਹੜਾ y ਹੈ ਉਹ x ਦੇ ਉੱਪਰ ਡਿਪੈਂਡ ਕਰਦਾ ਹੈ। ਇਹਦੇ ਇਸ ਫੰਕਸ਼ਨ ਦੇ ਵਿੱਚ ਜੋ x ਹੈ ਦੈਟ ਇਜ਼ ਦ ਇੰਡੀਪੈਂਡੈਂਟ ਵੇਰੀਏਬਲ ਤੇ ਜੋ y ਹੈ ਦੈਟ ਇਜ਼ ਦ ਡਿਪੈਂਡੈਂਟ ਵੇਰੀਏਬਲ। ਠੀਕ ਹੈ, ਤਾਂ ਜਦੋਂ ਆਪਣੇ ਕੋਲ ਇੰਡੀਪੈਂਡੈਂਟ ਵੇਰੀਏਬਲ ਦੇਖੋ ਇਸ ਫੰਕਸ਼ਨ ਦੇ ਵਿੱਚ ਇੱਕ ਹੈ, ਓਨਲੀ 1, ਤਾਂ ਇਸ ਨੂੰ ਆਪਾਂ ਬੋਲਾਂਗੇ ਸਿੰਗਲ ਵੇਰੀਏਬਲ ਫੰਕਸ਼ਨ। ਠੀਕ ਹੈ, ਜਦੋਂ ਆਪਣੇ ਕੋਲ ਇੰਡੀਪੈਂਡੈਂਟ ਵੇਰੀਏਬਲ ਕਾਊਂਟਿੰਗ ਦੇ ਵਿੱਚ 2 ਹੋ ਜਾਣ ਤੇ ਕੋਈ ਤੀਸਰਾ ਵੇਰੀਏਬਲ ਇਹਨਾਂ 2 ਦੇ ਉੱਪਰ ਡਿਪੈਂਡ ਕਰਦਾ ਹੋਵੇ, ਮਤਲਬ ਕਿ z ਦੀ ਜੋ ਵੈਲਿਊ ਹੈ ਉਹ x ਤੇ y ਦੇ ਉੱਪਰ ਡਿਪੈਂਡ ਕਰੂਗੀ, ਤਾਂ ਇੱਥੇ ਆਪਾਂ ਉਹਨੂੰ ਬੋਲਾਂਗੇ ਫੰਕਸ਼ਨ ਆਫ 2 ਵੇਰੀਏਬਲਸ। ਸੇਮ ਐਜ਼ ਇਟ ਇਜ਼ ਜਦੋਂ ਆਪਣੇ ਕੋਲ ਇੱਥੇ ਦੇਖੋ ਹੁਣ x ਤੇ y ਜਿਹੜੇ ਸੀਗੇ ਉਹ 2 ਇੰਡੀਪੈਂਡੈਂਟ ਵੇਰੀਏਬਲ ਸੀਗੇ ਤੇ ਜਿਹੜਾ z ਸੀਗਾ ਉਹ ਇਹਨਾਂ ਦੋਨਾਂ ਦੇ ਉੱਪਰ ਡਿਪੈਂਡ ਕਰਦਾ ਸੀ। ਠੀਕ ਹੈ ਜੀ, ਸੇਮ ਐਜ਼ ਇਟ ਇਜ਼ ਜਦੋਂ ਆਪਣੇ ਕੋਲ ਇੰਡੀਪੈਂਡੈਂਟ ਵੇਰੀਏਬਲ 3 ਹੋ ਜਾਣਗੇ, ਸਪੋਜ਼ x y ਤੇ z, ਕੋਈ ਅਦਰ ਵੇਰੀਏਬਲ ਜਿਹੜਾ ਇਹਨਾਂ ਤਿੰਨਾਂ ਦੇ ਉੱਪਰ ਡਿਪੈਂਡ ਕਰਦਾ ਹੋਊਗਾ ਤਾਂ ਉਹਨੂੰ ਇਸ ਫੰਕਸ਼ਨ ਨੂੰ ਆਪਾਂ ਬੋਲ ਦਾਂਗੇ ਫੰਕਸ਼ਨ ਆਫ 3 ਵੇਰੀਏਬਲਸ। ਇਸ ਤਰੀਕੇ ਨਾਲ ਜਿਵੇਂ ਆਪਾਂ ਇੰਡੀਪੈਂਡੈਂਟ ਵੇਰੀਏਬਲਸ ਦੀ ਨੰਬਰਿੰਗ ਜਾਂ ਕਾਊਂਟਿੰਗ ਵਧਾਉਂਦੇ ਜਾਵਾਂਗੇ ਤਾਂ ਉਸ ਤਰੀਕੇ ਨਾਲ ਆਪਾਂ ਫੰਕਸ਼ਨ ਨੂੰ ਕੀ ਬੋਲਦੇ ਜਾਵਾਂਗੇ ਫੰਕਸ਼ਨ ਆਫ ਮਲਟੀਪਲ ਵੇਰੀਏਬਲਸ। ਦੇਖੋ ਸੇਮ ਉੱਦਾਂ ਹੀ ਲਿਖਿਆ ਇਹਨਾਂ ਨੇ ਵੀ a real valued function of 2 real variables x and y is a rule which associates a unique real number fxy to every possible ordered pair xy of real numbers। means कि xy ਕੋਈ ਵੀ ਪੋਸੀਬਲ ਤੁਸੀਂ ਪੇਅਰ ਦੇ ਕਰਸਪੋਂਡਿੰਗ ਕੋਈ ਯੂਨੀਕ ਵੈਲਿਊ ਆਉਂਦੀ ਹੋਵੇ, ਠੀਕ ਹੈ, ਤਾਂ ਉਹ ਇੱਕ ਹੀ ਬਣ ਜਾਂਦਾ ਫੰਕਸ਼ਨ। ਇਹਨੂੰ ਆਪਾਂ ਕਿਵੇਂ ਡਿਫਾਈਨ ਲਿਖ ਸਕਦੇ ਹਾਂ z = f of xy। ਇਹਦੇ ਵਿੱਚ xy ਜੋ ਹੈਗੇ ਉਹ ਇੰਡੀਪੈਂਡੈਂਟ ਵੇਰੀਏਬਲਸ ਨੇ ਤੇ ਜਿਹੜਾ z ਆ ਉਹ ਡਿਪੈਂਡੈਂਟ ਵੇਰੀਏਬਲ ਆ।
सेम एज इट इज़ 3 वेरिएबल्स वाली डेफिनेशन लिखी हुई है। ए रियल वैल्यूड फंक्शन एफ ऑफ 3 वेरिएबल्स x1 x2 x3 इज अ रूल विच एसोसिएट्स अ यूनिक रियल नंबर एफ ऑफ x1 x2 x3 टू एवरी पॉसिबल पॉइंट x1 x2 x3 इन आर क्यूब। ठीक है जी। नैक्सट की है अपने को, नैक्सट आ जाती है नेबरहुड ऑफ अ पॉइंट। नेबरहुड ऑफ अ पॉइंट, नेबरहुड जी है तुहानूं पता है कि आंड गुआंढ हो गया है ना अपना। तो मतलब कि ये की होंदा है जो तुसी किसी भी एक पॉइंट की नेबरहुड की गल करते हो तो तुहानूं घट्टो घट्ट ये पता होना चाहिए कि नेबरहुड आपां किन्ने कु दायरे दे विच लैनी है। मतलब एक घर तक लैनी है, 2 तक लैनी है, 3 तक लैनी है, तो उस चीज़ नूं आपां किहदे नाल डिफाइन करते हैं, डेल्टा दे नाल। ठीक है। जिवें सपोज करो मैं इत्थे एक पॉइंट लिता ए बी जिहदी आपां ने नेबरहुड की गल करनी है। ठीक है जी। नेबरहुड पी आपां ने कोई भी पॉइंट लिता, ठीक है ना जी। तो यदी जो नेबरहुड है, मान लो सपोज करो मैं कहाँ कि मैंने इन्ने दायरे दे विच इहदी नेबरहुड कंसीडर करनी है। मतलब जिवें सपोज तुहानूं पता है कि जो आपां कोई सर्कल ड्रो करते हैं तो आपां एक फिक्स पॉइंट लै लैंदे आं, एक उहदा रेडियस कंसीडर कर लैंदे आं, फिर आपां उस रेडियस नूं फिक्स दायरे दे विच तां जो एक बाउंड्री ड्रो करते हैं वो की हो जाता है, एक सर्कल बन जाता है। सेम उस तरीके नाल आपां नेबरहुड कंसीडर करनी हुंदी है। आपां एक डिस्टेंस फिक्स कर लैंदे आं कि इस दायरे दे विच जो जो आउणगे पॉइंट्स वो सारे इहदी नेबरहुड दे विच पॉइंट्स आ जाणगे। तो इस डिस्टेंस नूं आपां बोलदे हैं डेल्टा। ठीक है जी। तो आप कह दें कि सपोज इतने कोई एक्स वाई पॉइंट है तो जी एक्स वाई है जिन्हों का डिस्टेंस ए बी नालों एक्स वाई ऐसे पॉइंट्स जिन्हों का डिस्टेंस ए बी नालों लैस दैन इक्वल टू या लैस दैन डेल्टा होवे। लैस दैन डेल्टा मीनस कि ये अंदर अंदर जो पॉइंट्स आएंगे वो सारे की होणगे ये नेबरहुड दे विच आ जाएंगे। ठीक है जी। तो इन्होंने सेम अच्छा एक गल होर आ जाती है ये अपने को नेबरहुड 2 तरह की डिफाइन कर सकते हैं आप। एक तो होगी सर्कुलर नेबरहुड जिहदे आप एक फिक्स डिस्टेंस लै लैंदे आ। दूसरी आ जाती है स्केयर नेबरहुड, उहदे विच आपां की करदे हां उहदा कॉर्नरस का डिस्टेंस जिहड़ा है वो मैजर करते हैं, फिर उस तो बाद उन्होंने सर्कल फॉर्म दे विच स्केयर फॉर्म दे विच लिख के उहदी बन जाती है स्केयर नेबरहुड। ठीक है जी। जिवें बुक दे विच देखो लिखे भी हुई है उन्होंने डेफिनेशन, स्केयर नेबरहुड ऑफ ए पॉइंट ए बी इन आर स्केयर इज द सेट ऑफ पॉइंट्स एक्स वाई दैट आर inside an open square region with center at AB and side parallel to the coordinate axis such that x minus a less than delta, y minus b less than delta for some delta greater than 0. Therefore square neighborhood of AB मतलब कि x का जो डिस्टेंस है ए नालों लैस दैन डेल्टा होना चाहिए, y का b नालों लैस दैन डेल्टा होना चाहिए, जो डेल्टा है दैट शुड बी ग्रेटर दैन 0। तो स्केयर नेबरहुड नूं आपां किवें डिफाइन कर सकते हैं, एक्स वाई मतलब कोई ऐसा पॉइंट जिहदा ए नालों डिस्टेंस ए और बी नालों डिस्टेंस जिहड़ा हैगा वो लैस दैन डेल्टा होवे, मतलब कि इंटीरियर दे विच आ जाए उहदे। सेम एज इट इज़ सर्कुलर नेबरहुड की डेफिनेशन है वो किवें डिफाइन कर सकते हैं आपां। Circular neighborhood of a point AB is the set of points xy that are inside a circle with center at AB, that is the set of points xy such that x minus a square plus y minus b square less than delta square for some delta greater than 0। तो यदी डेफिनेशन की होगी एक्स वाई एक्स माइनस ए स्केयर प्लस वाई माइनस बी स्केयर लैस दैन डेल्टा स्केयर। ठीक है ना जी। ये हो गया अपना अज आपां की किया। एक तो आपां ने देखा कि जिहड़ियां यूक्लिडियन स्पेसिस ने वो की हुंदियां ने, मतलब आपां ने आर स्केयर ते आर क्यूब नूं डिफाइन किया। फिर देखा कि अगर किसी पॉइंट की नेबरहुड आपां ने लैनी है तो वह 2 तरीके नाल लै सकते हैं, एक तो होगी सर्कुलर नेबरहुड, एक होगी स्केयर नेबरहुड। ठीक है जी। फिर उस तो बाद अपना अगला टॉपिक आ जाता है लिमिट का। लिमिट की होंदी है किसी भी फंक्शन की जिहदे विच 2 वेरिएबल्स होण। अ फंक्शन एफ एक्स वाई इज सेड टू टेंड टू अ लिमिट एल एज द पॉइंट एक्स वाई टेंड्स टू अ पॉइंट ए बी इफ करस्पॉन्डिंग टू एनी प्री असाइंड पॉजिटिव नंबर एप्सिलॉन ग्रेटर दैन 0 हाउएवर स्मॉल वी कैन फाइंड अ नंबर डेल्टा सच दैट एफ एक्स वाई माइनस एल लैस दैन एप्सिलॉन। इस दे विच की हुंदा है जिवें मान लो आपां ने कोई फंक्शन है अपने कोल एफ एक्स वाई, आपां ने इस दी लिमिट फाइंड करनी है कि मतलब अपने कोल कित्थों तक जाके वैल्यू दे सकता है ना। तो आपां इहदे विच एक पॉइंट लै लांगे ए बी। आपां कहांगे कि जिवें जिवें एक्स वाई पॉइंट ए बी वल मूव करूगा इस पॉइंट के उपर जो करस्पॉन्डिंग वैल्यूज़ आ रही ने फंक्शन दियाँ वो एल नू अप्रोच कर रही ने, मतलब कि एल के नेड़े 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 पहुँच रही ने। तो आप कह देंगे कि जो फंक्शन है वो उसकी लिमिट कितनी है एल। ठीक है। तो
ਇਹਦੇ ਵਿੱਚ ਵੀ ਜਿਵੇਂ ਆਪਾਂ ਨੇ ਲਿਖਿਆ ਹੋਇਆ ਫॉर ऑल पॉइंट्स एक्स वाई अदर दैन ए बी फॉर विच एक्स ਜਿਹੜਾ ਹੈਗਾ ਉਹ ग्रेटर दैन a माइनस डेल्टा लेस दैन a प्लस डेल्टा वाई ग्रेटर दैन b माइनस डेल्टा लेस दैन b प्लस डेल्टा दैट इज x माइनस a लेस दैन डेल्टा एंड y माइनस b लेस दैन डेल्टा। ਤਾਂ ਜਿਹੜੀ ਡੈਫੀਨੇਸ਼ਨ ਹੋਗੀ ਉਹ ਕਿਹਦੇ ਉੱਪਰ ਡਿਪੈਂਡ ਕਰਦੀ ਹੈ ਸਕੁਅਰ ਨੇਬਰਹੁੱਡ ਦੇ ਉੱਤੇ। ਠੀਕ ਹੈ ਜੀ, ਤਾਂ ਇਹ ਹੋਗੀ ਬੇਸਿਕ ਡੈਫੀਨੇਸ਼ਨ ਜਿਹੜੀ ਹੈਗੀ ਹੈ ਲਿਮਿਟ ਦੀ। ਅੱਛਾ, ਇੱਕ ਇਹਦੇ ਵਿੱਚ ਮੇਨ ਪੁਆਇੰਟ ਇਹ ਹੈ ਕਿ ਜਿਹੜੀ ਲਿਮਿਟ ਹੁੰਦੀ ਹੈ ਕਿਸੇ ਵੀ ਫੰਕਸ਼ਨ ਦੀ ਉਹ ਪਾਥ ਤੋਂ ਇੰਡੀਪੈਂਡੈਂਟ ਹੁੰਦੀ ਹੈ। ਮੀਨਸ ਕੀ ਹੋ ਗਿਆ ਕਿ ਜੋ ਆਪਾਂ ਪੁਆਇੰਟ ਲਿੱਤਾ ਸੀ ਇੱਥੇ ਆਪਾਂ ਕਿਹਾ ਕਿ ਜਿਹੜਾ ਐਕਸ ਵਾਈ ਪੁਆਇੰਟ ਹੈ ਉਹ ਏ ਬੀ ਨੂੰ ਅਪਰੋਚ ਕਰਦਾ। ਅੱਛਾ, ਇਹ ਕੋਈ ਜ਼ਰੂਰੀ ਨਹੀਂ ਹੈਗਾ ਕਿ ਜਿਹੜਾ ਐਕਸ ਵਾਈ ਪੁਆਇੰਟ ਹੈ ਏ ਬੀ ਨੂੰ ਸਟ੍ਰੇਟ ਲਾਈਨ ਦੇ ਵਿੱਚ ਅਪਰੋਚ ਕਰੇ। ਉਹ ਹੋ ਸਕਦਾ ਇੱਧਰੋਂ ਦੀ ਜਾਵੇ, ਹੋ ਸਕਦਾ ਇੱਧਰੋਂ ਦੀ ਜਾਵੇ, ਹੋ ਸਕਦਾ ਇੱਧਰੋਂ ਦੀ ਜਾਵੇ, ਬਟ ਜੋ ਪੁਆਇੰਟ ਹੈ ਲਿਮਿਟ ਦੀ ਵੈਲਿਊ ਜਿਹੜੀ ਆ ਉਹ ਸੇਮ ਆਉਣੀ ਚਾਹੀਦੀ ਹੈ, ਪਾਥ ਮੈਟਰ ਨਹੀਂ ਕਰਦਾ। ਠੀਕ ਹੈ ਨਾ ਜੀ, ਤਾਂ ਇਹ ਹੋ ਗਈ ਆਪਣੇ ਕੋਲ ਲਿਮਿਟ ਦੀ ਜਸਟ ਬੇਸਿਕ ਡੈਫੀਨੇਸ਼ਨ। ਇਹਨਾਂ ਟੌਪਿਕਸ ਦੇ ਵਿੱਚੋਂ ਅਗਰ ਕਿਸੇ ਨੂੰ ਕੋਈ ਵੀ ਡਾਊਟ ਹੋਵੇ ਦੈਨ ਤੁਸੀਂ ਪੁੱਛ ਸਕਦੇ ਹੋ, ਮੈਨੂੰ ਵਟਸਐਪ ਕਰੋ। ਠੀਕ ਹੈ ਜੀ, ਇਹ ਆਪਣਾ ਅੱਜ ਦਾ ਲੈਕਚਰ ਸੀਗਾ, ਬਾਕੀ ਆਪਾਂ ਕੱਲ੍ਹ ਕਰਾਂਗੇ। ਓਕੇ।